ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ ਵੈਲਕਮ। ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਪ੍ਰੀਤ ਜੀ, ਘਟਨਾਵਾਂ ਦਾ ਪਿੱਛਾ ਕਰਦਿਆਂ ਮੈਂ ਕਈ ਐਸੇ ਤੱਥਾਂ ਦੇ ਕੋਲ ਦੀ ਲੰਘਿਆ ਜਿਹੜੇ ਮੈਨੂੰ ਫੜ ਕੇ ਬਹਿ ਗਏ। ਮੈਂ ਦੋਸਤਾਂ ਨੂੰ ਬੇਨਤੀ ਕਰੂੰਗਾ ਕਿ ਨਸ਼ੇ ਵਾਲੇ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਕੁਝ ਐਸੇ ਸਵਾਲ ਉੱਠ ਰਹੇ ਆ ਜਿਨ੍ਹਾਂ ਤੇ ਤੁਸੀਂ ਮੱਥਾਪੱਚੀ ਕਰਿਓ, ਨਜ਼ਰਸਾਨੀ ਕਰਿਓ ਤੇ ਫਿਰ ਆਪਣੀ ਰਾਏ ਜ਼ਰੂਰ ਦਿਓ ਕਿ ਜੇਕਰ ਮਜੀਠੀਆ ਦੇ ਖਿਲਾਫ ਕੋਈ ਕੇਸ ਬਣਦਾ ਸੀ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਜਾਣ ਦਿੰਦੇ। ਉਸ ਤੋਂ ਅਗਲਾ ਸਵਾਲ ਕਿ ਇੱਕ ਵੱਡੀ ਅੰਗਰੇਜ਼ੀ ਦੀ ਅਖਬਾਰ ਜਿਹੜੀ ਚੰਡੀਗੜ੍ਹੋਂ ਛਪਦੀ ਆ, ਟ੍ਰਿਬਿਊਨ, ਉਹ ਮਾਫੀ ਮੰਗਦੇ ਤੁਹਾਨੂੰ ਲੱਗਦਾ ਉਹਨਾਂ ਕੋਲ ਐਸੇ ਤੱਥ ਇਕੱਠੇ ਕਰਨੇ ਕਿੰਨੇ ਕੁ ਔਖੇ ਸੀ? 150 ਸਾਲ ਲਗਭਗ ਵਾਂਗ ਪੁਰਾਣੀ ਅਖਬਾਰ, ਉਹਨੂੰ ਇਹਨਾਂ ਤੱਥਾਂ ਦੇ ਵਿੱਚੋਂ ਦੀ ਲੰਘਣਾ ਕਿੰਨਾ ਕੁ ਔਖਾ ਸੀ? HT ਵੱਲੋਂ ਇੱਕ ਮਾਫੀ ਮੰਗੀ ਗਈ, ਫਿਰ ਕੇਜਰੀਵਾਲ ਅਦਾਲਤ ਵਿੱਚ ਮਾਫੀ ਮੰਗ ਲੈਂਦੇ ਆ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਬਚ ਕੇ ਨਿਕਲਣ ਦੇ ਯਤਨ ਦੇ ਵਿੱਚ ਆ। ਤੇ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਜਦੋਂ ਇਹ ਕਿਹਾ ਗਿਆ ਕਿ ਜੇ ਵਿੱਚ ਕੱਖ ਨਹੀਂ ਤੇ ਆਪੇ ਕੈਪਟਨ ਅਮਰਿੰਦਰ ਸਿੰਘ ਤੇ ਸਪਊਗਾ, ਸੋਚਣ ਦੀ ਲੋੜ ਆ ਕਿ ਕੀ ਉਪਲਬਧ ਦਸਤਾਵੇਜ਼ਾਂ ਵਿੱਚ ਨਸ਼ੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਦਾ ਕੋਈ ਜ਼ਿਕਰ ਹੈ ਵੀ ਕਿ ਨਹੀਂ। ਔਰ ਇਹ ਬੜਾ ਅਹਿਮ ਪੱਖ ਆ ਜਿਹਨੂੰ ਲੈ ਕੇ ਪੰਜਾਬ ਦੀ ਪੋਲਿਟਿਕਸ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਹੋ ਰਹੀ ਆ ਕਿ ਉਸ ਕੇਸ ਦੇ ਵਿੱਚ ਕੁਝ ਵੀ ਐਸਾ ਨਹੀਂ ਜਿਹਦੇ ਉੱਤੇ ਲਗਾਤਾਰ ਰੌਲਾ ਰੱਪਾ ਪੈਂਦਾ ਰਿਹਾ। ਮਨਪ੍ਰੀਤ ਜੀ, ਇਹਨਾਂ ਸਵਾਲਾਂ ਨੂੰ ਸਮਝਣ ਲੱਗਿਆ ਤੁਹਾਨੂੰ ਪੰਜਾਬ ਦੀ ਰਾਜਨੀਤੀ ਦੀਆਂ ਬਹੁਤ ਸਾਰੀਆਂ ਡਾਈਮੈਂਸ਼ਨਸ ਵੀ ਸਮਝ ਆਉਣਗੀਆਂ। ਜੇਕਰ ਕੁਝ ਨਹੀਂ ਤਾਂ ਫਿਰ ਤੁਸੀਂ ਇੰਨੇ ਲੰਬੇ ਸਮੇਂ ਤੱਕ ਕਿਉਂ ਇਹਨੂੰ ਘੜੀਸ ਰਹੇ ਹੋ? ਤੇ ਜੇਕਰ ਸੱਚਮੁੱਚ ਇਹਦੇ ਵਿੱਚ ਇੱਕ ਪਹਿਲੂ ਹੋਰ ਵੀ ਕੁਝ ਨਹੀਂ ਤਾਂ ਫਿਰ ਬਿਕਰਮ ਮਜੀਠੀਆ ਨੂੰ ਸੀਨੀਅਰ ਵਕੀਲਾਂ ਰਾਹੀਂ ਅਦਾਲਤ ਵਿੱਚ ਇਹ ਜਾ ਕੇ ਕਿਉਂ ਕਹਿਣਾ ਪੈ ਰਿਹਾ ਕਿ ਮੈਨੂੰ ਵੀ ਸੁਣਿਆ ਜਾਵੇ ਇਸ ਮਾਮਲੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ? ਸੋ ਨਸ਼ਾ ਮਾਮਲੇ ਦੀਆਂ ਜਿਹੜੀਆਂ ਪਰਤਾਂ ਨੇ ਉਹਦੇ ਉੱਤੇ ਆਪਾਂ ਗੱਲ ਕਰਾਂਗੇ। ਬਹੁਤ ਸਾਰੀਆਂ ਪਰਤਾਂ ਨੇ ਜਿਹਦਾ ਜ਼ਿਕਰ ਕਰਾਂਗੇ। ਦੂਜੇ ਮਾਮਲੇ ਦੇ ਵਿੱਚ ਤੁਸੀਂ ਨੀਝ ਲਾ ਕੇ ਤੱਕਿਓ, ਮਾਲਵਾ ਖਿੱਤੇ ਦੇ ਵਿੱਚ ਦੋ ਵੱਡੇ ਇਕੱਠ ਹੋ ਰਹੇ ਆ। ਇੱਕ ਇਕੱਠ ਪੰਥਕ ਧਿਰਾਂ ਦਾ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਹੋਰ ਉਧਰਲੇ ਜਿੰਨੇ ਵੀ ਸਰਗਰਮ ਪੰਥਕ ਲੋਕ ਆ ਤੇ ਜਥੇਬੰਦੀਆਂ ਉਹ ਇਕੱਠੀਆਂ ਹੁੰਦੀਆਂ ਤੇ ਇਕੱਠ ਬੜਾ ਭਰਮਾ ਆ। ਤੁਸੀਂ ਨੀਝ ਲਾ ਕੇ ਝਾਤੀ ਮਾਰ ਕੇ ਦੇਖਿਓ, ਭਰਮਾ ਇਕੱਠ ਆ। ਤੇ ਸਮਾਨਾਂਤਰ ਉਸੇ ਹੀ ਏਰੀਏ ਦੇ ਵਿੱਚ ਥੋੜੀ ਵਿੱਥ ਦੇ ਉੱਤੇ ਡੇਰਾ ਪ੍ਰੇਮੀਆਂ ਦਾ ਵੀ ਇਕੱਠ ਉਨਾ ਹੀ ਭਰਮਾ। ਬਹੁਤ ਵੱਡਾ ਸਵਾਲ ਆ, ਇਲੈਕਸ਼ਨ ਸਿਰ ਤੇ ਆ, ਸਿਆਸੀ ਪਾਰਟੀਆਂ ਕੀ ਕਰਨਗੀਆਂ? ਪੰਥਕ ਵੋਟ ਬਚਾਉਣਗੀਆਂ ਜਾਂ ਡੇਰਾ ਪ੍ਰੇਮੀਆਂ ਦੀ ਵੋਟ ਖੁਰਨ ਤੋਂ ਡਰਨਗੀਆਂ? ਇਹ ਅਕਾਲੀਆਂ ਲਈ ਵੀ ਸੰਕਟ ਹੈ, ਕਾਂਗਰਸੀਆਂ ਲਈ ਵੀ। ਇਹਦਾ ਮਤਲਬ ਬੇਅਦਬੀ ਮਾਮਲਿਆਂ ਨੂੰ ਤੁਸੀਂ ਹੋਰ ਉਲਝਦਾ ਤੇ ਡਿਲੇ ਹੁੰਦਾ ਦੇਖੋਗੇ। ਇਹਦੇ 'ਚ ਕੋਈ ਦੋ ਰਾਏ ਨਹੀਂ। ਪੰਥ ਗ੍ਰੰਥ ਤੇ ਕਿਸਾਨ ਬਚਾਓ ਪੰਥਕ ਧਿਰਾਂ ਨੇ ਨਾਰਾ ਲਾਇਆ ਤੇ ਦੂਜੇ ਬੰਨੇ ਆਪਣਾ ਸ਼ੋਅ ਆਫ ਸਟਰੈਂਥ ਕਰ ਰਹੇ ਨੇ ਡੇਰਾ ਪ੍ਰੇਮੀ। ਇੱਕ ਹੋਰ ਦਿਲਚਸਪ ਖਬਰ ਦੇਖਣ ਨੂੰ ਮਿਲੀ ਆ ਕਿ ਕਾਂਗਰਸ ਦੀ ਮਹਿਲਾ ਪ੍ਰਧਾਨ ਪ੍ਰਦੇਸ਼ ਦੀ ਨਵੇਂ ਨਿਯੁਕਤ ਕੀਤੇ ਆ ਬਲਬੀਰ ਕੌਰ ਰਾਣਾ ਸੋਢੀ। ਕੱਲ ਤਾਜਪੋਸ਼ੀ ਸੀ, ਕੁਰਸੀ ਤੇ ਬਹਿਣਾ ਸੀ, ਅਹੁਦਾ ਸਾਂਭਣਾ ਸੀ, ਇੱਕ ਵੀ ਵੱਡਾ ਚਿਹਰਾ ਨਜ਼ਰ ਨਹੀਂ ਆਇਆ। ਨਾ ਪ੍ਰਦੇਸ਼ ਦੇ ਪ੍ਰਧਾਨ ਸਿੱਧੂ ਸਾਹਿਬ ਤੇ ਨਾ ਹੀ ਮੁੱਖ ਮੰਤਰੀ ਚੰਨੀ ਸਾਹਿਬ ਤੇ ਨਾ ਹੀ ਕੋਈ ਹੋਰ ਜਾਣਿਆ ਪਛਾਣਿਆ ਚਿਹਰਾ। ਦੂਜੀਆਂ ਸਟੇਟਾਂ ਦੇ ਮੰਤਰੀ ਵੀ ਆ ਗਏ ਤੇ ਮੈਨੂੰ ਇਹ ਸਮਝ ਨਹੀਂ ਆਈ। ਫਿਰ ਕੇਜਰੀਵਾਲ ਜਦੋਂ ਕਹਿੰਦਾ ਵੀ ਮੈਂ 1000 ਰੁਪਇਆ ਪ੍ਰਤੀ ਔਰਤ ਦੇਣ ਦਾ ਜਿਹੜਾ ਫੈਸਲਾ ਕੀਤਾ, ਇਹਦੇ ਨਾਲ ਢਿੱਡ ਪੀੜ ਹੋਈ ਆ ਸਾਰੀਆਂ ਪਾਰਟੀਆਂ ਦੀ, ਅਕਾਲੀਆਂ ਦੇ ਤੇ ਕਾਂਗਰਸ ਦੇ। ਉਹਦੀਆਂ ਗੱਲਾਂ 'ਚ ਦਮ ਲੱਗਦਾ ਵੀ ਇਹ ਔਰਤ ਵਿਰੋਧੀ ਨੇ। ਖਬਰਾਂ ਦੋ ਤਿੰਨ ਹੋਰ ਨੇ ਲੇਕਿਨ ਇੱਕ ਹੀ ਖਬਰ ਮੈਂ ਇੱਥੇ ਪਹਿਲਾਂ ਲੈਣੀ ਆ ਕਿ ਮੋਰਚਾ ਵਾਪਸ ਮੁੜ ਰਿਹਾ। ਹੁਣ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਵਕਤ ਪਊਗਾ। ਮੋਰਚਾ ਮੁੜ ਰਿਹਾ। ਫੈਸਲਾ ਸ਼ਾਇਦ ਅੱਜ ਪੰਜਾਬ ਵਾਲੀਆਂ 32 ਕਿਸਾਨ ਜਥੇਬੰਦੀਆਂ ਲੈ ਲੈਣ। ਅਸਮੰਜਸ ਇਸ ਕਰਕੇ ਆ ਕਿ ਕੁਝ ਕਹਿੰਦੇ ਰੁਕ ਜਾਓ ਲੇਕਿਨ ਬਹੁਤੇ ਕਹਿੰਦੇ ਹੁਣ ਜਸ਼ਨ ਦਾ ਟਾਈਮ ਆ। ਜੇ ਪਾਰਲੀਮੈਂਟ 'ਚ ਵਾਪਸ ਹੋ ਜਾਂਦਾ ਬਿੱਲ ਜਾਂ ਕਾਨੂੰਨ ਤਾਂ ਫਿਰ ਚੱਲੀਏ। ਆਪਣੇ ਪਿੰਡ ਵਾਲੀ ਧਰਤੀ ਡੀਕਦੀ ਆ, ਇੱਕ ਜੋ ਉੱਥੇ ਵੀ ਦਰਕਾਰ ਲੜਨਾ ਪੈਣਾ। ਮੈਂ ਮੁੜ ਕੇ ਆਉਣਾ ਜੀ। ਬਿਕਰਮ ਸਿੰਘ ਮਜੀਠੀਏ ਨੂੰ ਲੈ ਕੇ ਸਿਆਸਤ ਇੰਨੀ ਗਰਮਾ ਕਿ ਕੁਝ ਤੱਥ ਜਦੋਂ ਮੈਂ ਸਿੱਧੂ ਦੀ ਇਸ ਗੱਲ ਨੂੰ ਫੜਿਆ ਕਿ ਜੇ ਕੁਝ ਨਹੀਂ ਕੇਸ ਵਿੱਚ ਤੇ ਆਪੇ ਅਮਰਿੰਦਰ ਸਿੰਘ ਤੇ ਪਊ। ਇਹਦਾ ਮਤਲਬ ਹੈ ਕਿ ਦਸਤਾਵੇਜ਼ਾਂ ਦੇ ਵਿੱਚ ਜੇ ਕੁਝ ਹੁੰਦਾ ਤੇ ਕਿਹੜੀ ਧਿਰ ਸੀ ਜਿਹੜੀ, ਕਿਉਂਕਿ ਆਪਣੇ ਆਪ ਨੂੰ ਖਾੜਕੂ ਘਵਾਉਂਦੇ ਆ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਵਿੱਚ ਲਾਰਾ ਚੁਣ ਲਿਆ। ਅਮਰਿੰਦਰ ਸਿੰਘ ਨੇ ਕੁਰਸੀ ਜਾਣ ਦਿੱਤੀ ਤੇ ਜਿਹੜੀਆਂ ਕੁਝ ਵੱਡੀਆਂ ਅਖਬਾਰਾਂ ਤੇ ਕੇਜਰੀਵਾਲ ਮਾਫੀ ਮੰਗ ਕੇ ਮੈਨੂੰ ਦੱਸਿਓ ਜੇ ਮੈਂ ਗਲਤ ਹਾਂ। ਜੇ ਕਿਸੇ ਅਖਬਾਰ ਦਾ ਮੇਰੇ ਕੋਲ ਗਲਤ ਨਾਂ ਲਿਆ ਗਿਆ ਉਹਦੇ ਲਈ ਮੈਂ ਮਾਫੀ ਮੰਗ ਲੈਣਾ, ਲੇਕਿਨ ਜੇ ਇਹ ਤੱਥ ਸਹੀ ਨੇ
ਵੱਡੀਆਂ ਅਖਬਾਰਾਂ ਨੇ ਉਹਨਾਂ ਲਈ ਕਿਸੇ ਐਸਟੀਐਫ ਚੀਫ ਜਾਂ ਕਿਸੇ ਪੁਲਿਸ ਮੁਖੀ ਨਾਲ ਸਬੰਧ ਕਾਇਮ ਕਰਨੇ ਜਾਂ ਇਨਫੋਰਮੇਸ਼ਨ ਲੈਣੀ ਕੋਈ ਵੱਡੀ ਗੱਲ ਨਹੀਂ ਹੁੰਦੀ। ਮਾਫੀ ਮੰਗਣ ਤੋਂ ਪਹਿਲਾਂ ਉਹ ਜ਼ਰੂਰ ਕਰਦੇ। ਇਹਦਾ ਮਤਲਬ ਦਸਤਾਵੇਜ਼ਾਂ 'ਚ ਕੁਝ ਝੋਲ ਹੈਗਾ, ਨਰੋਲ ਸਿਆਸਤ ਆ ਜਾਂ ਸਿਆਸਤ ਦੇ ਪਰੇ ਕੁਝ ਪਿਆ। ਮਨਪ੍ਰੀਤ ਜੀ ਦੱਸੋ। ਰੰਧਾਵਾ ਜੀ, ਬਹੁਤ ਹੀ ਅਹਿਮ ਤੇ ਜਿਹੜਾ ਬੇਸਿਕ ਮੁੱਦਾ ਉਹ ਤੁਸੀਂ ਚੁੱਕਿਆ ਅੱਜ। ਅਖਬਾਰਾਂ ਦੀ ਗੱਲ ਕਰ ਲਈਏ, ਅਨਫੋਰਚੂਨੇਟਲੀ ਇਹ ਬੜੀ ਮੰਦਭਾਗੀ ਗੱਲ ਆ ਕਿ ਕੁਝ ਸਮੇਂ ਤੋਂ ਸਾਡਾ ਵੈਸੇ ਵੀ ਜਿਹੜੀ ਪੱਤਰਕਾਰਿਤਾ ਦਾ ਸਤਾਰਾ ਪੱਧਰ ਆ ਉਹ ਥੱਲੇ ਜਾ ਰਿਹਾ ਤੇ ਬਹੁਤ ਸਾਰੀਆਂ ਅਖਬਾਰਾਂ ਕਹਿ ਲਓ, ਟੀਵੀ ਚੈਨਲ ਕਹਿ ਲਓ, ਰਿਪੋਰਟਿੰਗ ਦੇ ਵਿੱਚ, ਇਨਵੈਸਟੀਗੇਸ਼ਨ ਦੇ ਵਿੱਚ ਉਨੀ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਦੀਆਂ, ਉਨੇ ਨਿਵੇਸ਼ ਨਹੀਂ ਕਰਦੀਆਂ। ਜਾ ਕੇ ਤੱਥ ਕੱਢ ਕੇ ਲਿਆਉਣੇ ਔਰ ਜਨਤਾ ਸਾਹਮਣੇ ਤੱਥ ਪੇਸ਼ ਕਰਨੇ, ਇਹਦੇ ਵਿੱਚ ਬੜੇ ਨਿਵੇਸ਼ ਦੀ ਲੋੜ ਆ। ਇਹ ਗੱਲ ਠੀਕ ਆ। ਨਾਲ ਦੇ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਕੀ ਦੋਸ਼ ਹੈ ਨਹੀਂ ਜਾਂ ਉਹਨਾਂ ਦੀ ਕਦੇ ਚੰਗੀ ਤਰ੍ਹਾਂ ਜਾਂਚ ਹੀ ਨਹੀਂ ਹੋਈ। ਇਹ ਦੋਨੇ ਗੱਲਾਂ ਆਉਂਦੀਆਂ। ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਉਂਦਾ ਤੇ ਸਾਨੂੰ ਯਾਦ ਕਰਨਾ ਚਾਹੀਦਾ, ਵਿਧਾਨ ਸਭਾ ਦੇ ਵਿੱਚ ਮੈਂ ਵੀ ਮੌਜੂਦ ਸੀ ਤੇ ਆਪਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਬਹਿਸ ਹੁੰਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ, ਤੂੰ ਬਿਕਰਮ ਥੱਲੇ ਬਹਿ ਜਾ ਚੁੱਪ ਕਰਕੇ ਆਪਣੀ ਸੀਟ ਤੇ, ਮੈਂ ਤੈਨੂੰ ਤਾਂ ਦੇਖਿਆ ਜੋ ਤੂੰ ਨੈਪਿਸ ਚ ਹੁੰਦਾ ਸੀ, ਛੋਟਾ ਜਿਹਾ ਬੱਚਾ ਹੁੰਦਾ ਸੀ ਤੇ ਤੂੰ ਮੈਨੂੰ ਅੰਕਲ ਕਹਿੰਦਾ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਨਸ਼ਿਆਂ ਦੇ ਮਾਮਲੇ ਦੀ ਗੱਲ ਆਉਂਦੀ ਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਪੁੱਛਿਆ ਜਾਂਦਾ ਕਿ ਇਹਦੀ ਹੁਣ ਸੀਬੀਆਈ ਜਾਂਚ ਕਰਵਾ ਲਓ ਤੇ ਕੈਪਟਨ ਅਮਰਿੰਦਰ ਸਿੰਘ, ਇਹ ਆਪਾਂ ਕਈ ਵਾਰੀ ਕਹਿ ਚੁੱਕੇ ਆ, ਸੀਬੀਆਈ ਜਾਂਚ ਤੋਂ ਮੁੱਕਰ ਜਾਂਦੇ ਆ ਬਤੌਰ ਪ੍ਰਧਾਨ। ਉਹ ਕਹਿੰਦੇ ਸੀਬੀਆਈ ਜਾਂਚ ਦੀ ਲੋੜ ਨਹੀਂ, ਪੰਜਾਬ ਪੁਲਿਸ ਤੇ ਮੈਨੂੰ ਪੁਲਿਸ ਆ ਉਹ ਜਾਂਚ ਕਰੂਗੀ। ਮੈਂ ਇਹ ਸਾਰੀਆਂ ਗੱਲਾਂ ਦੁਬਾਰਾ ਕਿਉਂ ਦੱਸ ਰਿਹਾ, ਕਿਉਂਕਿ ਆਪਸ ਦੇ ਵਿੱਚ ਸ਼ੰਕੇ ਪੈਦਾ ਹੁੰਦੇ ਆ ਕਿ ਕਿਉਂ ਕੈਪਟਨ ਅਮਰਿੰਦਰ ਸਿੰਘ ਇੱਕ ਪੁਖਤਾ ਜਾਂਚ ਤੋਂ ਭੱਜਦੇ ਰਹੇ ਤੇ ਜਦੋਂ ਹੁਣ ਨਵਜੋਤ ਸਿੰਘ ਸਿੱਧੂ, ਜਿਹੜੀ ਤੁਸੀਂ ਗੱਲ ਦੱਸ ਕੇ ਹਟੇ ਹੋ, ਉਹ ਜਦੋਂ ਕਹਿੰਦੇ ਆ ਕਿ ਜੇ 4.5 ਸਾਲ ਦੇ ਵਿੱਚ ਜਿਹੜੀ ਐਸਟੀਐਫ ਆ, ਸਪੈਸ਼ਲ ਟਾਸਕ ਫੋਰਸ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦੀ ਅਗਵਾਈ 'ਚ ਬਣੀ ਸੀ, 23 ਮਈ ਨੂੰ ਉਹਨਾਂ ਨੇ ਆਪਣੀ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਸੀ। ਸਨ 2018 ਦੀ ਮੈਂ ਗੱਲ ਕਰ ਰਿਹਾ। ਉਸ ਤੋਂ ਬਾਅਦ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਹੁਣ ਉਹ ਕਹਿੰਦੇ ਨਜ਼ਰ ਆਉਂਦੇ ਆ ਕਿ ਜੇ ਕੁਝ ਨਹੀਂ ਆ ਤੇ ਫਿਰ ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਆ ਤੇ ਜੇ ਕੁਝ ਹੈਗਾ ਤਾਂ ਫਿਰ ਉਸ ਤੇ ਕਾਰਵਾਈ ਕਰੋ। ਬਿਲਕੁਲ ਗੱਲ ਠੀਕ ਆ। ਏਦਾਂ ਲੱਗਦਾ ਕਿ ਸਾਰੇ ਉਸ ਪਤਲੀ ਗਲੀ ਦੇ ਵਿੱਚੋਂ ਨਿਕਲਣਾ ਚਾਹੁੰਦੇ ਆ, ਆਪਣੇ ਆਪ ਨੂੰ ਉਸ ਤੋਂ ਵਾਂਝਾ ਕਰਨਾ ਚਾਹੁੰਦੇ ਆ, ਸੈਪਰੇਟ ਕਰਨਾ ਚਾਹੁੰਦੇ ਆ, ਵੱਖਰਾ ਕਰਨਾ ਚਾਹੁੰਦੇ ਆ ਕਿ ਜੇ ਕੁਝ ਨਹੀਂ ਆ। ਔਰ ਤੁਸੀਂ ਦੇਖੋ, ਇਸ ਵਿੱਚ ਤੁਸੀਂ ਜਿੰਨੀਆਂ ਮਾਫੀਆਂ ਗਣਾਈਆਂ ਨੇ, ਚਾਹੇ ਉਹ ਅਖਬਾਰਾਂ ਦੀਆਂ ਹੋਣ, ਮੀਡੀਆ ਦੀ ਹੋਣ ਜਾਂ ਕਿਸੇ ਸਿਆਸੀ ਨੇਤਾਵਾਂ ਦੀਆਂ ਹੋਣ, ਜੇ ਤੱਥ ਸਿਲੈਕਟਿਵਲੀ, ਚਾਹੇ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ, ਚਾਹੇ ਕਿਸੇ ਵੀ ਜਾਂਚ ਏਜੰਸੀ ਵੱਲੋਂ ਸਿਲੈਕਟਿਵਲੀ ਲੀਕ ਕੀਤੇ ਜਾਂਦੇ ਆ ਸਿਰਫ ਇਹ ਦਰਸਾਉਣ ਲਈ ਕਿ ਫਲਾਣਾ ਇਸ ਕੇਸ ਲਈ ਜ਼ਿੰਮੇਵਾਰ ਆ, ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਇਹਦੇ ਪਿੱਛੇ ਸਿਆਸਤ ਜ਼ਰੂਰ ਹੋਈ ਆ। ਚੰਗਾ ਹੁੰਦਾ ਜੇ ਇਸ ਤੇ ਲਗਾਤਾਰ ਕੋਈ ਜਾਂਚ ਬਿਠਾ ਕੇ, ਜਦੋਂ ਤੁਸੀਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਹੋ ਤਾਂ ਆਪ ਅਦਾਲਤ ਜਾਂਦੇ ਆ, ਉਹ ਕਹਿੰਦੇ ਮੈਨੂੰ ਧਿਰ ਬਣਾਓ, ਮੇਰੇ ਤੋਂ ਵੀ ਪੁੱਛਿਆ ਜਾਵੇ, ਕਿਉਂਕਿ ਮੇਰੇ ਤੇ ਹੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ। ਹਾਲਾਂਕਿ ਤਮਾਮ ਕਿਸੇ ਵੀ ਕੋਰਟ ਨੇ, ਕਿਸੇ ਵੀ ਜਾਂਚ ਏਜੰਸੀ ਨੇ ਅੱਜ ਤੱਕ ਅਧਿਕਾਰਿਕ ਤੌਰ ਤੇ ਮੈਨੂੰ ਦੋਸ਼ੀ ਨਹੀਂ ਠਹਿਰਾਇਆ। ਇਸ ਦੇ ਬਾਵਜੂਦ ਮੈਨੂੰ ਦੋਸ਼ੀ ਲੋਕਾਂ ਵੱਲੋਂ, ਕਈ ਇਸ ਤਰ੍ਹਾਂ ਦੇ ਲੋਕ ਸੋਚਦੇ ਨੇ ਕਿ ਸ਼ਾਇਦ ਮੇਰਾ ਸਿੱਧਾ ਜਾਂ ਅਸਿੱਧਾ ਇਹਦੇ ਵਿੱਚ ਕਿਸੇ ਤਰ੍ਹਾਂ ਹੱਥ ਹੋਵੇ। ਇਹ ਗੱਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਕਹੀ, ਬਲਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹ ਤਾਂ ਜਿਹੜਾ ਪਰਿਵਾਰ ਆ ਉਹ ਬਹੁਤ ਧਾਰਮਿਕ ਪਰਿਵਾਰ ਆ, ਪਾਠ ਕਰਨ ਵਾਲਾ, ਪਾਠ ਪੂਜਾ ਕਰਨ ਵਾਲਾ, ਇਹ ਕੰਮ ਕਰ ਨਹੀਂ ਸਕਦਾ ਤੇ ਪਰਿਵਾਰ ਨੂੰ ਉਹਨਾਂ ਦਾ ਬਹੁਤ ਸਦਮਾ ਇਸ ਗੱਲ ਦਾ। ਉਹ ਪੂਰਾ ਪਰਿਵਾਰ ਸਦਮੇ 'ਚ ਜਦੋਂ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਮੁੰਡਾ, ਉਹਦਾ ਨਾਂ ਨਸ਼ਿਆਂ ਨਾਲ ਜੋੜਿਆ ਜਾ ਰਿਹਾ। ਇਹ ਤਾਂ ਚਲੋ ਉਹ ਸਫਾਈ ਦੇ ਰਿਹਾ। ਹੁਣ ਗੱਲ ਆਉਂਦੀ ਹੈ ਆਪਸ ਦੇ ਵਿੱਚ ਸਿਆਸੀ ਰਾਜ ਜਿਹੜੀ ਨੀਤੀ ਇੱਥੇ ਚੱਲ ਰਹੀ ਆ, ਉਸ ਬਾਰੇ ਗੱਲ ਆਉਂਦੀ ਹੈ। ਸੋ ਬਿਲਕੁਲ ਤੁਹਾਡੀ ਗੱਲ ਠੀਕ ਆ। ਜੇ ਇਹ ਪਾਰਟੀਆਂ ਸੰਜੀਦਾ ਹੁੰਦੀਆਂ, ਇਹ ਪਾਰਟੀਆਂ ਵਾਕਿਆ ਸੀਰੀਅਸ ਹੁੰਦੀਆਂ ਤੇ ਹੁਣ ਤੱਕ ਇਸ ਮਸਲੇ ਨੂੰ ਲਟਕਾ ਕੇ ਨਾ ਰੱਖਦੀਆਂ। ਅੱਜ ਵੀ ਤੁਸੀਂ ਦੇਖੋ, ਮੈਂ ਪੜ੍ਹ ਰਿਹਾ ਸੀ APS ਦਿਓਲ, ਜਿਹੜੇ ਕਿ ਹੁਣ ਸਾਬਕਾ ਐਡਵੋਕੇਟ ਜਨਰਲ ਆ, ਉਹ ਕਹਿੰਦੇ ਨੇ ਕਿ ਹਾਈ ਕੋਰਟ ਦੱਸੂਗਾ ਕਿ ਅਸੀਂ ਖੋਲਣੀ ਹੈ ਕਿ ਨਹੀਂ ਖੋਲਣੀ। ਯਾਨੀ ਕਿ ਹਰ ਲੈਵਲ ਤੇ, ਹਰ ਸਟੇਜ ਤੇ ਇਸ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਇਹਦੇ ਵਿੱਚ ਬਿਲਕੁਲ ਸਪਸ਼ਟ ਆ, ਨਾ ਤਾਂ ਹਾਈ ਕੋਰਟ ਨੇ, ਨਾ ਹੀ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਰੋਕ ਲਾਈ ਹੈ। ਜਾਣ ਬੁੱਝ ਕੇ ਇਸ ਮਾਮਲੇ ਨੂੰ ਲਟਕਾਇਆ ਗਿਆ। ਸੋ ਇਸ ਵਿੱਚ ਰਾਜਨੀਤੀ ਦੀਆਂ ਸਾਰੀਆਂ ਸੰਭਾਵਨਾਵਾਂ, ਤੇ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਜੇ ਇਸ ਵਿੱਚ ਕੁਝ ਨਹੀਂ ਆ ਤੇ ਸ਼ਾਇਦ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਬਲੀ ਦਾ ਬੱਕਰਾ ਬਣਾਇਆ ਜਾਵੇ। ਮਤਲਬ ਕਾਂਗਰਸ ਇਹਦੇ ਚੋਂ ਬਚ ਕੇ ਨਿਕਲਣ ਦੇ ਆਰ ਚ। ਉਂਝ ਜੇ ਦੇਖਿਆ ਜਾਵੇ, ਬਿਕਰਮ ਸਿੰਘ ਮਜੀਠੀਆ ਦੀ ਪੋਲਿਟਿਕਸ ਕੋਈ ਦੁੱਧ ਧੋਤੀ ਪੋਲਿਟਿਕਸ ਹੈ ਨਹੀਂ। ਨੋ ਡਾਊਟ ਕਿ ਇੱਕ ਅਲਟੀਮੇਟ ਪਾਵਰ ਨਾਲ ਬੰਦਾ ਅੱਗੇ ਵੱਧਦਾ ਹੈ। ਬਾਦਲ ਪਰਿਵਾਰ ਦੇ ਵਿੱਚ ਇਹ ਗੱਲ ਅਹਿਮ ਸੀਗੀ। ਬਾਦਲ
ਵੱਡੇ ਬਾਦਲ ਜਿਹੜੇ ਆ ਉਹ ਬਹੁਤਾ ਕਿਸੇ ਦੇ ਸਿਰ ਨਹੀਂ ਸੀ ਆਉਂਦੇ, ਲੇਕਿਨ ਜਦੋਂ ਪੋਲਿਟਿਕਸ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਆਮਦ ਹੁੰਦੀ ਆ, ਉਸ ਤੋਂ ਬਾਅਦ ਇੱਕ ਪਾਵਰ ਸੈਂਟਰ ਨਵਾਂ ਬਣ ਜਾਂਦਾ, ਜਿੱਥੇ ਬਹੁਤੇ ਖਾਸ਼ੀ ਲੋਕਾਂ ਦੀ ਪਨਾਹਗਾਹ ਸੀ, ਜਿੱਥੇ ਲੋਕ ਪੋਲੀਟੀਕਲੀ ਖਾਹਿਸ਼ਾਂ ਲਈ ਆ ਜਾਂਦੇ ਸੀ, ਕਿਉਂਕਿ ਉੱਥੋਂ ਹੁੰਗਾਰਾ ਭਰਿਆ ਜਾਂਦਾ ਸੀ। ਇਹ ਨਵੀਂ ਰਾਜਨੀਤੀ ਸੀ ਔਰ ਨੌਜਵਾਨੀ ਰਾਜਨੀਤੀ ਸੀ, ਗਰਮ ਖੂਨ ਸੀ। ਇਹਨੇ ਰਾਜਨੀਤੀ 'ਚ ਕਈ ਨਵੀਆਂ ਪੈੜਾਂ ਸਿਰਜੀਆਂ ਜਿਨ੍ਹਾਂ ਨੂੰ ਬਹੁਤੀ ਥਾਂ ਪਸੰਦ ਨਹੀਂ ਕੀਤਾ ਗਿਆ। ਬਿਕਰਮ ਸਿੰਘ ਮਜੀਠੀਏ ਦੇ ਬਾਰੇ 'ਚ ਕਿਹਾ ਜਾਂਦਾ ਸੀਗਾ ਉਹ 10 ਸਾਲ ਦੀ ਸਰਕਾਰ ਦੇ ਵਿੱਚ ਕਿ ਮੁੱਖ ਮੰਤਰੀ ਵੱਲੋਂ ਜਾਂ ਡਿਪਟੀ ਮੁੱਖ ਮੰਤਰੀ ਵੱਲੋਂ ਤਾਂ ਕਿਸੇ ਕੰਮ ਦੇ ਵਿੱਚ ਜਿਹੜਾ ਉਹ ਕਿਹਾ ਗਿਆ ਹੋਵੇ ਨਾ ਹੋਇਆ ਹੋਵੇ ਤਾਂ ਗੁੱਸਾ ਨਹੀਂ ਸੀ ਕੀਤਾ ਜਾਂਦਾ, ਲੇਕਿਨ ਬਿਕਰਮ ਸਿੰਘ ਮਜੀਠੀਆ ਵੱਲੋਂ ਜੇ ਕੋਈ ਕੰਮ ਕਿਸੇ ਅਫਸਰ ਨੂੰ ਜਾਂ ਕਿਸੇ ਪੱਧਰ ਤੇ ਕਿਹਾ ਗਿਆ ਤੇ ਜੇ ਨਹੀਂ ਹੋਇਆ ਤਾਂ ਉਹਦੀ ਖੈਰ ਨਹੀਂ। ਇਸੇ ਕਰਕੇ ਪੰਜਾਬ ਭਰ ਦੇ ਵਿੱਚੋਂ ਨੌਜਵਾਨ ਤੇ ਵੱਡੇ ਜਿਹੜੇ ਅਕਾਲੀ ਆਗੂ ਸੀ ਉਹਨਾਂ ਨਾਲ ਜੁੜਦੇ ਰਹੇ ਕਿ ਇੱਥੋਂ ਕੰਮ ਆਸਾਨੀ ਨਾਲ ਹੁੰਦਾ, ਤੇ ਜਿਹਦੀ ਬਿਕਰਮ ਮਜੀਠੀਆ ਨਾਲ ਸਾਂਝ ਦਿਸਦੀ ਸੀ ਉਹਨੂੰ ਉਹਦੇ ਆਪਣੇ ਹਲਕੇ ਦੇ ਵਿੱਚ ਇੱਕ ਫੇਵਰ ਮਿਲਦੀ ਰਹੀ ਸਰਕਾਰੀ ਤੰਤਰ ਤੋਂ। ਇਸੇ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਵੀ ਆਏ ਜਾਂ ਗਏ ਹੋਣਗੇ ਜਿਨ੍ਹਾਂ ਦੀਆਂ ਮਸ਼ਕੂਕ ਕਾਰਵਾਈਆਂ ਹੋਣਗੀਆਂ, ਜਿਨ੍ਹਾਂ ਨੂੰ ਤੁਸੀਂ ਟਰੇਸ ਨਹੀਂ ਸੀ ਕਰ ਸਕਦੇ, ਲੇਕਿਨ ਇਸ ਰਾਜਨੀਤੀ ਨੇ ਪੰਜਾਬ ਦੀ ਰਾਜਨੀਤੀ ਦੇ ਮੁਹਾਂਦਰੇ ਨੂੰ ਬਦਲਿਆ ਤੇ ਉਸੇ ਦੇ ਵਿੱਚੋਂ ਅਕਾਲੀ ਦਲ ਨੂੰ ਕਈ ਜਗ੍ਹਾ ਤੇ ਸੰਕਟ ਦਾ ਸਾਹਮਣਾ ਵੀ ਆ। ਬਿਕਰਮ ਸਿੰਘ ਮਜੀਠੀਆ ਵੀ ਅੱਜ ਜੇ ਇਕੱਲਿਆਂ ਬਹਿ ਕੇ ਕਦੇ ਸੋਚਦੇ ਹੋਣਗੇ ਵੀ ਬੀਤੇ ਦੇ ਵਿੱਚ ਜੇ ਇਸ ਤਰੀਕੇ ਨਾਲ ਨਾ ਹੁੰਦਾ ਤਾਂ ਮੇਰੀ ਪੋਲਿਟਿਕਸ ਸ਼ਾਇਦ ਹੋਰ ਅੱਗੇ ਵੱਧਦੀ, ਪਰ ਜਿਸ ਤਰ੍ਹਾਂ ਦੀ ਹੁਣ ਜੋ ਹੋ ਰਿਹਾ, ਜੇ ਉਹ ਤੱਥਾਂ ਨੂੰ ਇੱਕ ਵਾਰੀ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ, ਜੇ ਤੱਥ ਪ੍ਰਸਤੁਤ ਕੀਤੇ ਜਾਣ, ਬਾਹਰ ਕੱਢੇ ਜਾਣ, ਤਾਂ ਸ਼ਾਇਦ ਇਹ ਗੱਲ ਦਾ ਨਿਪਟਾਰਾ ਹੋ ਜਾਊਗਾ। ਬਿਕਰਮ ਸਿੰਘ ਮਜੀਠੀਏ ਦੇ ਜਿਹੜੇ ਜੀਜਾ ਜੀ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਇਹ ਕਹਿਣਾ ਕਿ ਪੂਰੇ ਦੇਸ਼ ਵਿੱਚ ਉਹਦੇ ਖਿਲਾਫ ਕੋਈ ਕੇਸ ਨਹੀਂ, ਇਹ ਨਵਾਂ ਕੇਸ ਬਣਾਉਣਾ ਚਾਹੁੰਦੇ ਆ। ਇਹੀ ਹੁਣ ਰੌਲਾ ਹੈ ਕਿ ਕੀ ਨਵਾਂ ਕੇਸ ਬਣਾਇਆ ਜਾ ਰਿਹਾ ਜਾਂ ਕਿਸ ਆਧਾਰ ਤੇ ਬਣਾਇਆ ਜਾ ਰਿਹਾ। ਹੁਣ ਕੋਈ ਨਵੀਂ ਕਿਹੜੀ ਐਸੀ ਗੱਲ ਕਰਨਗੇ ਜਿੱਤੇ ਜਿਹੜਾ ਹੋ ਸਕਦਾ FIR। ਸੋ ਇਹ ਇੱਕ ਦੋਵੇਂ ਪਾਸਿਓਂ ਰੌਲਾ ਹੈ ਕਿ ਪਹਿਲੇ ਜਿਹੜੇ ਆ ਉਹ ਕੁਝ ਦੱਸ ਨਹੀਂ ਰਹੇ ਔਰ ਹੁਣ ਤੱਕ ਦੀ ਜਿੰਨੀ ਵੀ ਤੱਥ ਆ ਉਹ ਤਸਦੀਕ ਨਹੀਂ ਕਰ ਰਹੇ। ਸੋ ਇਹਦੇ ਉੱਤੇ ਇੱਕ ਲੰਬੀ ਬਹਿਸ ਦੀ ਲੋੜ ਆ। ਹੋਰ ਤੱਥਾਂ ਨੂੰ ਖੰਗਾਲਾਂਗੇ, ਹੋਰ ਚੀਜ਼ਾਂ ਕਰਾਂਗੇ ਤਾਂ ਕਿ ਲੋਕਾਂ ਦੇ ਵਿੱਚ ਜਿਹੜੇ ਭਰਮ ਨੇ ਉਹਨਾਂ ਨੂੰ ਦੂਰ ਹੋਵੇ। ਸੋ ਮੈਂ ਜਿਹੜੀ ਦੂਜੀ ਖਬਰ ਲੈਣੀ ਚਾਹੂੰਗਾ ਕਿ ਬਿੱਲ ਕਾਨੂੰਨ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੇ ਵਿੱਚ ਮੈਨੂੰ ਲੱਗਦਾ ਬਹੁਤ ਜਲਦੀ ਰਿਪੀਲ ਹੋ ਜਾਣਗੇ, ਵਾਪਸ ਹੋ ਜਾਣਗੇ। ਉਸ ਤੋਂ ਬਾਅਦ ਕਿਸਾਨੀ ਮੋਰਚੇ ਵਾਲੇ ਇੱਥੇ ਮੁੜਨਗੇ। ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਦਾ ਆਗਮਨ ਜਾਂ ਆਗਾਜ਼ ਉਹਦੀ ਸੰਭਾਵਨਾ ਹੈ। ਇਹਦੇ ਉੱਤੇ ਟਿੱਪਣੀ ਦਿਓ ਮੈਨੂੰ ਜ਼ਰਾ। ਜੀ ਰੰਧਾਵਾ ਜੀ, ਅੱਜ ਤੋਂ ਇਹ ਇਜਲਾਸ ਜਿਹੜਾ ਇਹ ਵਿੰਟਰ ਸੈਸ਼ਨ ਜਿਹਨੂੰ ਕਹਿੰਦੇ ਆ ਸ਼ੀਤ ਸੀਜ਼ਨ ਦਾ ਜਾਂ ਸਰਦ ਰੁੱਤ ਦਾ, ਉਹ ਸ਼ੁਰੂ ਹੋ ਰਿਹਾ 23 ਦਸੰਬਰ ਤੱਕ ਇਹ ਚੱਲਣਾ। 26 ਬਿੱਲ ਇਹ ਚਾਉਣੇ ਆ ਤੇ 26 ਬਿੱਲਾਂ ਦੇ ਵਿੱਚੋਂ ਜਿਹੜੇ ਅਹਿਮ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਖੇਤੀ ਕਾਨੂੰਨ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਖਾਰਜ ਕੀਤਾ ਜਾਣਾ। ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਵਿਰੋਧੀ ਪਾਰਟੀਆਂ ਮਿਲੀਆਂ, 30 ਵਿਰੋਧੀ ਪਾਰਟੀਆਂ ਮਿਲੀਆਂ। ਦੇਖੋ ਰੰਧਾਵਾ ਜੀ, ਉਹਨਾਂ ਨੇ ਘੱਟੋ ਘੱਟ 15 ਤੋਂ 20 ਮੁੱਦੇ ਚੱਕੇ। ਇਸੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ MSP ਤੇ ਇਸ ਤੇ ਵੀ ਜਿਹੜਾ ਕਾਨੂੰਨ ਲੈ ਕੇ ਆਂਦਾ ਜਾਵੇ, ਪੈਗਾਸਸ ਜਸੂਸੀ ਮਾਮਲਾ, ਉਸ ਤੇ ਮਹਿੰਗਾਈ ਦੇ ਮਾਮਲੇ ਦੇ ਉੱਤੇ, ਤੇ ਫਿਰ ਜਿਹੜਾ ਪ੍ਰਬੰਧ ਨਹੀਂ ਚੰਗੀ ਤਰ੍ਹਾਂ ਹੋਇਆ ਕਰੋਨਾ ਵਾਇਰਸ ਨੂੰ ਲੈ ਕੇ ਜਾਂ ਵੈਕਸੀਨੇਸ਼ਨ ਨੂੰ ਲੈ ਕੇ, ਉਸ ਤੇ ਵੀ ਬਹਿਸ ਕਰਵਾਈ ਜਾਵੇ। ਸਾਰੀਆਂ ਪਾਰਟੀਆਂ ਸ਼ਾਮਲ ਹੋਈਆਂ। ਆਮ ਆਦਮੀ ਪਾਰਟੀ ਨੇ ਉਸ ਦੇ ਵਿੱਚ ਵਾਕਆਊਟ ਕੀਤਾ, ਇਹ ਵੀ ਸਾਨੂੰ ਪਤਾ, ਲੇਕਿਨ ਤ੍ਰਿਣਮੂਲ ਕਾਂਗਰਸ ਹੋਈ ਜਾਂ ਤਮਾਮ ਹੋਰ ਜਿਹੜੀਆਂ ਕਾਂਗਰਸ ਪਾਰਟੀ ਹੋਈ ਜਾਂ ਹੋਰ ਵਿਰੋਧੀ ਪਾਰਟੀਆਂ, ਉਹਨਾਂ ਨੇ BSF ਦੇ ਮਾਮਲੇ ਨੂੰ ਲੈ ਕੇ ਜਾਂ ਲਖੀਮਪੁਰ ਖੇਰੀ ਦੇ ਮਾਮਲੇ ਨੂੰ ਬਹੁਜਨ ਸਮਾਜ ਪਾਰਟੀ ਨੇ ਉੱਥੇ ਚੱਕਿਆ। ਸੋ ਇਹ ਸਾਰੇ ਮਾਮਲੇ ਉੱਥੇ ਆਏ ਤੇ ਇਹ ਸਾਰੀਆਂ ਪਾਰਟੀ ਨੇ ਮਾਮਲੇ ਚੱਕੇ। ਤੇ ਹੁਣ ਤੁਸੀਂ ਜਿਹੜੀ ਗੱਲ ਅਗਲੀ ਕਰ ਰਹੇ ਹੋ ਕਿ ਇਸ ਤੋਂ ਬਾਅਦ ਲੱਗਦਾ ਕਿ ਸ਼ਾਇਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨੀ ਸੰਘਰਸ਼ ਆ, ਉਹ ਕਿਸਾਨਾਂ ਨੂੰ ਅਪੀਲ ਕਰਨਗੇ ਕਿ ਆਪਾਂ ਜਿੱਤ ਗਏ ਆ, ਜਿੱਤ ਤੋਂ ਬਾਅਦ ਘਰੋਂ ਕਰੀ ਜਾਓ। ਲੇਕਿਨ ਇਹਦੇ ਵਿੱਚ ਇੱਕ ਪੇਜ ਥੋੜਾ ਜਿਹਾ ਬਾਕੀ ਆ। ਉਹ ਬਾਕੀ ਆ ਜਦੋਂ ਨਰਿੰਦਰ ਸਿੰਘ ਤੋਮਰ ਹੋਣਾ ਦੀ ਗੱਲ ਆਉਂਦੀ ਆ ਤੇ ਉਹ ਕਹਿੰਦੇ ਵੀ ਕਮੇਟੀ ਬਣਾਤੀ ਆ, ਤੁਹਾਡੇ ਸਾਰੇ ਮਸਲੇ ਹੱਲ ਹੋ ਗਿਆ। ਉਹ ਕਹਿੰਦੇ ਕਮੇਟੀ ਨਹੀਂ, ਕਿਸਾਨ ਕਹਿੰਦੇ ਕਮੇਟੀ ਨਹੀਂ, ਕਮਿਟਮੈਂਟ ਚਾਹੀਦੀ ਆ। ਕਮਿਟਮੈਂਟ ਇਸ ਕਰਕੇ ਚਾਹੀਦੀ ਹੈ ਕਿ ਸਾਨੂੰ ਜਿੱਥੇ ਪਹਿਲਾਂ ਖੜੇ ਸੀ ਅਸੀਂ ਅੱਜ ਵੀ ਉੱਥੇ ਖੜੇ ਆ। ਇਹ ਕਾਨੂੰਨ ਨਾ ਤਾਂ ਲਾਗੂ ਹੋਏ ਸੀ ਤੇ ਨਾ ਜਿਹੜਾ ਲਾਗੂ ਨਾ ਹੋਣ ਕਰਕੇ ਸਾਡੀ ਤਾਂ ਸਥਿਤੀ ਉੱਥੇ ਆ। ਸਾਨੂੰ ਅਸ਼ੋਰਡ ਇਨਕਮ ਦਿਓ ਤਾਂ ਕਿ ਸਾਡੀ ਜਿਹੜੀ ਲਾਗਤ ਮੁੱਲ ਆ ਉਹ ਮੁੜੇ, ਸਾਨੂੰ ਮੁਨਾਫਾ ਮੁੜੇ, ਸਾਡੀਆਂ ਜੇਬਾਂ ਦੇ ਵਿੱਚ ਪੈਸੇ ਪੈਣ। ਦੇਖੋ ਰੰਧਾਵਾ ਜੀ, ਬੜੀ ਸਿੰਪਲ ਜੀ ਗੱਲ ਆ। ਇੱਕ ਆਰਥਿਕ ਮਾਹਰ ਵੀ ਦੱਸਦਾ ਹੈ ਜਦੋਂ ਕਿਸਾਨਾਂ ਦੀ ਜੇਬਾਂ ਦੇ ਵਿੱਚ, ਉਹਨੇ ਪਰਿਵਾਰਾਂ ਦੀ ਜੇਬਾਂ 'ਚ ਪੈਸੇ ਪੈਣਗੇ ਤੇ ਸਾਡੀ GDP ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਆ ਉਹ 'ਚ ਵੀ ਸੁਧਾਰ ਹੋਊਗਾ, ਮਾਰਕੀਟ 'ਚ ਵੀ ਸੁਧਾਰ ਹੋਊਗਾ, ਇਕਨੋਮੀ 'ਚ ਸੁਧਾਰ ਹੋਊਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਇੱਕ ਗੱਲ ਥੋੜੀ ਜਿਹੀ ਜੋੜ ਦਿੰਦਾ ਕਿ ਜਦੋਂ ਅਸੀਂ ਵੱਡੀਆਂ ਇੰਡਸਟਰੀਆਂ ਦੇ
ਜੀ 1,53,000 ਕਰੋੜ ਦੇ ਜਾਂ 1,45,000 ਕਰੋੜ ਦੇ ਇਹ ਅੰਕੜੇ ਆ। ਜਦੋਂ ਆਰਥਿਕਤਾ ਮਰ ਗਈ ਆ, ਉਹ ਅੱਗੇ ਵੱਧ ਸਕੇ, ਲੋਕਾਂ ਦੀ ਜੇਬਾਂ 'ਚ ਪੈਸੇ ਪੈਣ। ਸੋ ਸੰਭਾਵਨਾ ਪੂਰੀ ਆ। ਕੀ ਉੱਥੇ ਇੰਸ਼ੋਰੈਂਸ ਲੈ ਕੇ ਆਉਂਦੇ ਆ, ਸਰਕਾਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਭਰੋਸਾ ਦਿੰਦੀ ਆ, ਇਸ ਗੱਲ ਤੇ ਬਹੁਤ ਜ਼ਿਆਦਾ ਹੈਗਾ, ਉਹ ਡਿਪੈਂਡ ਕਰਦਾ। ਹੁਣ ਤੁਸੀਂ ਆਪ ਹੀ ਜ਼ਿਕਰ ਕਰਤਾ ਕਿ 32 ਜਥੇਬੰਦੀਆਂ ਤੇ ਹੋਰ ਸਾਰੀਆਂ ਜਥੇਬੰਦੀਆਂ ਅੱਜ ਇਸ ਤੇ ਫੈਸਲਾ ਵੀ ਕਰਨਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਸੰਘਰਸ਼ ਨੂੰ ਖਤਮ ਕਰਨਾ ਜਾਂ ਕਿਹੜੇ ਪਾਸੇ ਲੈ ਕੇ ਜਾਣਾ। ਜੀ ਮਨਪ੍ਰੀਤ ਜੀ, ਜਦੋਂ ਤੁਸੀਂ ਮਾਲਵਾ ਪੱਟੀ ਦੇ ਵਿੱਚ ਪੰਥਕ ਇਕੱਠ ਔਰ ਡੇਰਾ ਪ੍ਰੇਮੀਆਂ ਦਾ ਇਕੱਠ ਸਮਾਨਾਂਤਰ ਦੇਖਦੇ ਹੋ ਇੱਕੇ ਦਿਨ ਦੇ ਵਿੱਚ, ਤਾਂ ਤੁਹਾਨੂੰ ਪਿਛਲੇ ਕਈ ਸਾਲਾਂ ਦੀ ਰਾਜਨੀਤੀ ਔਰ ਕਈ ਸਰਕਾਰਾਂ, ਮੈਂ ਤਾਂ ਕਹਿੰਦਾ ਕਈ ਇਸ ਕਰਕੇ ਵੀ ਅਮਰਿੰਦਰ ਸਿੰਘ ਵੀ ਚਲੇ ਗਏ ਇਸੇ ਮੁੱਦੇ ਤੇ, ਔਰ ਪਹਿਲਾਂ ਬਾਦਲ ਕਿਆਂ ਨੂੰ ਗਿਵ ਅਪ ਕਰਨਾ ਪਿਆ, ਲੋਕਾਂ ਨੇ ਬਹੁਤ ਸ਼ੀਸ਼ਾ ਵਿਖਾਤਾ। ਹੁਣ ਇਸ ਵੇਲੇ ਫਿਰ ਇੱਕ ਸਰਗਰਮ ਰਾਜਨੀਤੀ ਹੈ। ਕੱਲ ਤਾਂ ਉੱਥੇ ਪੰਥਕ ਇਕੱਠ ਵਾਹਵਾ ਭਰਵਾਂ ਸੀ। ਆਮ ਤੌਰ ਤੇ ਇਹਨਾਂ ਜਥੇਬੰਦੀਆਂ ਨੂੰ ਏਡਾ ਵੱਡਾ ਹੰਗਾਰਾ ਅਮੂਮਨ ਘੱਟ ਮਿਲਦਾ ਹੈ ਇਸ ਤਰ੍ਹਾਂ ਦੇ ਛੋਟੇ ਨੋਟਸ ਦੇ ਉੱਤੇ, ਜਿਹੜਾ ਉਹਨਾਂ ਇਕੱਠ ਸੱਦਿਆ ਸੀ। ਤੇ ਉਹਦੇ 'ਚ ਖਾਲਸਾਈ ਦਸਤਾਰਾਂ ਕੇਸਰੀ ਝੰਡੇ ਤੇ ਪੰਥ ਗ੍ਰੰਥ ਵਾਲੀ ਗੱਲ ਬਾਰ-ਬਾਰ ਹੋ ਰਹੀ ਸੀਗੀ। ਉਹ ਇਕੱਠ ਭਰਵਾਂ ਸੀਗਾ, ਉਹ ਬੇਅਦਬੀ ਮਾਮਲਿਆਂ ਨਾਲ ਜੁੜਿਆ ਹੋਇਆ ਇਕੱਠ ਸੀ। ਲੋਕ ਭਾਵਨਾਵਾਂ ਤੋਂ ਪ੍ਰੇਰਿਤ ਨੇ, ਜਿਹੜੀਆਂ ਭਾਵਨਾਵਾਂ ਆਹਤ ਹੋਈਆਂ। ਤੇ ਦੂਜੇ ਬੰਨੇ ਜਿਹੜਾ ਡੇਰਾ ਪ੍ਰੇਮੀਆਂ ਦਾ ਇਕੱਠ ਸੀ, ਉਹ ਵੀ ਬਹੁਤ ਭਰਵਾਂ ਸੀ। ਸੋ ਮਾਲਵਾ ਪੱਟੀ, ਜਿਹਦੇ ਵਿੱਚੋਂ ਸਾਡੀਆਂ 2/3 ਸੀਟਾਂ ਆਉਂਦੀਆਂ ਨੇ, 69 ਸੀਟਾਂ ਨੇ ਹੁਣ ਮੇਰੇ ਖਿਆਲ ਅੱਜ ਕੱਲ, ਉਹ 69 ਸੀਟਾਂ ਵਾਲਾ ਖਿੱਤਾ ਮਾਲਵਾ, ਜਿੱਥੋਂ ਮੁੱਖ ਮੰਤਰੀ ਵੀ ਆਉਂਦੇ ਨੇ, ਜਿੱਥੋਂ ਸਰਕਾਰਾਂ ਆਉਂਦੀਆਂ ਨੇ, ਉਹਦੇ ਵਿੱਚ ਇਹ ਧੁਰ ਅੰਦਰ ਦੋ ਵਿਚਾਰਧਾਰਾਵਾਂ ਸਮਾਨਾਂਤਰ ਉਗਮ ਰਹੀਆਂ ਨੇ, ਵੱਧ ਰਹੀਆਂ ਨੇ। ਉਹਨਾਂ ਨੂੰ ਜੇ ਦੇਖ ਕੇ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਇਹ ਬਹੁਤ ਵੱਡੇ ਨਾਡੂ ਖਾਂ ਜਿਹੜੇ ਸਿਆਸਤ ਦੇ, ਜਿਹੜੇ ਮਾਲਵੇ ਚੋਂ ਹੀ ਆਉਂਦੇ ਆ, ਧੁਰ ਮਾਲਵੇ ਚੋਂ ਆਉਂਦੇ, ਇਹਨਾਂ ਦੀ ਰਣਨੀਤੀ ਕੀ ਰਹੂਗੀ, ਮੈਨੂੰ ਸਮਝਾਇਓ ਜ਼ਰਾ। ਇੱਕ ਬੰਨੇ ਉਹ ਵੋਟ ਦਿਸਦੀ ਹੈ, ਇੱਕ ਬੰਨੇ ਉਹ ਵੋਟ ਦਿਸਦੀ ਹੈ। ਹੁਣ ਅਕਾਲੀਆਂ ਦੀ ਪੰਥਕ ਵੋਟ ਤੋਂ ਬਿਨਾਂ ਸਰਦਾ ਹੀ ਨਹੀਂ ਸੀ। ਪਿਛਲੀ ਵਾਰੀ ਗਵਾਈ 15 ਤੇ ਆ ਗਏ, ਤੇ ਐਤਕੀ ਉਹ ਰਿਸਕ ਨਹੀਂ ਲੈ ਸਕਦੇ। ਔਰ ਦੂਜੇ ਬੰਨੇ ਕਾਂਗਰਸ ਵੀ, ਉਹ ਜਿਹੜੇ ਉੱਥੋਂ ਦੇ ਲੋਕਲ ਕੈਂਡੀਡੇਟ, ਉਹ ਵੀ ਰਿਸਕ ਨਹੀਂ ਲੈ ਸਕਦੇ। ਜੇ ਡੇਰਾ ਪ੍ਰੇਮੀਆਂ ਦੀ 5-10 ਹਜ਼ਾਰ ਵੋਟ ਇਕੱਠੀ ਭੁਗਤਦੀ ਆ ਤਾਂ ਉਹ ਉਲਟ ਫੇਰ ਕਰ ਦਿੰਦੀ ਆ। ਮੈਨੂੰ ਦੱਸਿਓ ਵੀ ਇਹਨਾਂ ਦੇ ਕਹਿੰਦੇ ਹੁੰਦੇ ਸੱਪ ਦੇ ਮੂੰਹ 'ਚ ਕੋੜ ਕਿਰਲੀ, ਇਹ ਫਸੇ ਹੋਏ ਲੋਕ ਕਿਹੜੇ ਪਾਸੇ ਜਾਣਗੇ? ਤੇ ਹੁਣ ਇਹਦਾ ਮਤਲਬ ਅਗਲੇ 2-3 ਮਹੀਨੇ ਬੇਅਦਬੀ ਮਾਮਲਿਆਂ ਤੇ ਬਸ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਊਗੀ, ਹੈ ਨਾ? ਰੰਧਾਵਾ ਜੀ, ਤੁਸੀਂ ਦੇਖੋ, ਮੈਨੂੰ ਥੋੜਾ ਜਿਹਾ ਇਸ ਚੀਜ਼ ਦੇ ਬੜੇ ਖਦਸ਼ੇ ਆ ਔਰ ਇੱਕ ਥੋੜਾ ਜਿਹਾ ਡਰ ਵੀ ਪੈਦਾ ਹੁੰਦਾ। ਮੈਨੂੰ ਸੰਨ 2007 ਯਾਦ ਆਉਂਦਾ, ਜਦੋਂ ਡੇਰਾ ਪ੍ਰੇਮੀਆਂ ਦੇ ਵਿੱਚ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਟਕਰਾਅ ਸੀ ਤੇ ਬੜੇ ਆਪਸ ਦੇ ਵਿੱਚ ਕਲੈਸ਼ਸ ਹੋਏ, ਬਹੁਤ ਸਾਰੇ ਲੋਕ ਉਹਨਾਂ ਦੇ ਵਿੱਚ ਜ਼ਖਮੀ ਹੋਏ, ਬੜੀ ਲਾਅ ਐਂਡ ਆਰਡਰ ਦੀ ਬੜੀ ਵੱਡੀ ਸਥਿਤੀ ਬਣ ਗਈ ਸੀ ਪੰਜਾਬ ਦੇ ਵਿੱਚ। ਹੁਣ ਵੱਡੇ ਇਕੱਠ ਹੋ ਰਹੇ ਆ ਔਰ ਆਪਾਂ ਨੂੰ ਇਹ ਵੀ ਪਤਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਗੁਰਮੀਤ ਰਾਮ ਰਹੀਮ ਉਹਨਾਂ ਦੇ ਦਰਬਾਰ 'ਚ ਜਾਂਦੀਆਂ ਸੀ ਤੇ ਉਹਨਾਂ ਤੋਂ ਉਹਨਾਂ ਦੀ ਸਪੋਰਟ ਮੰਗਦੀ ਸੀ, ਤੇ ਉਹਨਾਂ ਦਾ ਇੱਕ ਪੋਲੀਟੀਕਲ ਵਿੰਗ ਆ, ਉਹ ਫਿਰ ਇੱਕ ਆਦੇਸ਼ ਜਾਂ ਇੱਕ ਆਵਾਜ਼ ਜਾਰੀ ਕਰਦਾ ਸੀ ਕਿ ਐਤਕੀ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਜਾਂ ਫਲਾਣੀ ਪਾਰਟੀ ਨੂੰ ਸਪੋਰਟ ਕਰਾਂਗੇ। ਜਦੋਂ ਤੋਂ ਜਿਹੜੇ ਗੁਰਮੀਤ ਰਾਮ ਰਹੀਮ ਆ, ਜਦੋਂ ਤੋਂ ਉਹਨਾਂ ਨੂੰ ਜੇਲ੍ਹ ਹੋਈ ਆ, ਇਸ ਡੇਰੇ ਦੇ ਮੁਖੀ ਨੂੰ, ਉਸ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਡੇਰੇ ਦੀ ਜਿਹੜੀ ਫੋਲੋਇੰਗ ਆ ਜਾਂ ਜਿਨ੍ਹਾਂ ਨੂੰ ਅਸੀਂ ਡੇਰਾ ਪ੍ਰੇਮੀ ਕਹਿੰਦੇ, ਉਹਨਾਂ ਦੇ ਵਿੱਚ ਭਾਰੀ ਕਮੀ ਆਈ ਹੋਏਗੀ। ਪਰ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਗੱਲ ਵੇਖੀ ਨਹੀਂ ਜਾ ਰਹੀ। ਸਲਾਬਤਪੁਰ ਦੇ ਵਿੱਚ, ਬਠਿੰਡੇ ਦੇ ਵਿੱਚ ਪਹਿਲਾਂ ਇਕੱਠ ਹੋਇਆ, ਤੇ ਹੁਣ ਜਿਹੜਾ ਇਕੱਠ ਫਰੀਦਕੋਟ, ਸੰਗਰੂਰ, ਇਹਨਾਂ ਇਲਾਕਿਆਂ ਦੇ ਵਿੱਚ ਹੋਇਆ, ਉਹ ਵੀ ਆਪਣੇ ਆਪ ਦੇ ਵਿੱਚ ਭਾਰੀ ਇਕੱਠ ਆ। ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਜਦੋਂ ਆਪਾਂ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹਾਂ, ਇਸੇ ਇਕੱਠ ਦੇ ਵਿੱਚ ਕਾਂਗਰਸ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਜਾ ਕੇ ਸ਼ਾਮਲ ਹੁੰਦੇ ਚੁੱਪ ਚੁਪੀਤੇ। ਸੋ ਕਹਿਣ ਦਾ ਮਤਲਬ ਕਿ ਇਹ ਜਿਹੜੇ ਲੋਕ ਆ ਹਜੇ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੋਲੇ ਕਿਸੇ ਦੀ ਸਪੋਰਟ ਚੱਲੀ ਨਾ ਜਾਵੇ। ਦੂਸਰੇ ਪਾਸੇ ਤੁਸੀਂ ਜਿਹੜੀ ਗੱਲ ਕਰਦੇ ਆ ਪੰਥ ਗ੍ਰੰਥ ਤੇ ਕਿਸਾਨ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਸਿੱਖ ਜਥੇਬੰਦੀਆਂ ਦੇ ਵਿੱਚ ਪ੍ਰਗਟਾਈਆਂ ਜਾ ਰਹੀਆਂ, ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਆ। ਉਹ ਇਸ ਕਰਕੇ ਕਿ ਬਰਗਾੜੀ ਦੇ ਵਿੱਚ ਇਕੱਠ ਕੀਤਾ ਜਾਂਦਾ। ਜਦੋਂ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹ ਕਿਤੇ ਮੁੱਦੇ ਪਿੱਛੇ ਪੈ ਗਏ ਆ, ਮੈਨੂੰ ਲੱਗਦਾ ਨਹੀਂ ਕਿ ਇਹਨਾਂ ਜਥੇਬੰਦੀਆਂ ਨੇ ਇਹ ਮੁੱਦੇ ਕਿਸੇ ਵੀ ਸਰਕਾਰ ਨੂੰ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਪਿੱਛੇ ਪੈਣ ਦੇਣ ਦੇ ਵਿੱਚ ਉਹ ਕਿਸੇ ਤਰ੍ਹਾਂ ਉਹਨਾਂ ਦੀ ਸਹਾਇਤਾ ਕਰਨਗੇ। ਉਹਨਾਂ ਨੇ ਇਹ ਮੁੱਦੇ ਭੁੱਲਣ ਨਹੀਂ ਦੇਣੇ। ਔਰ ਲੋਕ ਜਿਹੜੇ ਚਾਹੁੰਦੇ ਆ, ਕਿਉਂਕਿ ਇਹ ਮੁੱਦੇ ਆ ਜਿਹੜੇ ਬਹੁਤ ਅਹਿਮ ਆ। ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਰੰਧਾਵਾ ਜੀ,
14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਆਪਣਾ 100ਵੇਂ ਵਰ੍ਹੇਗੰਢ ਮਨਾ ਰਿਹਾ, ਆਪਣੀ ਸਥਾਪਨਾ ਦਿਵਸ ਮਨਾ ਰਿਹਾ। ਚਿੱਲੀ ਜਿਹੜਾ ਹੈਗਾ ਚਿੱਲੀ ਕਾਲਾ ਕਿੱਲੀ ਚਾਲਾ, ਕਾਲਾ ਚਿੱਲੀ, ਕਿੱਲੀ ਚਾਲਾ, ਕਿੱਲੀ ਹਾਂ ਚਾਲਾ, ਕਿੱਲੀ ਚਾਲਾ ਮੋਗੇ ਦੇ ਲਾਗੇ। ਹਾਂ ਮਾਫੀ ਚਾਹੁੰਦਾ ਮੈਂ, ਕਿੱਲੀ ਚਾਲਾ ਬਹੁਤ, ਮੈਂ ਆਪ ਉੱਥੇ ਕਈ ਵਾਰੀ ਗਿਆ। ਇਹ ਜਦੋਂ ਲੁਧਿਆਣੇ ਮੋਗੇ ਜਾਂ ਤੁਸੀਂ ਜਗਰਾਓਂ ਤੇ ਮੋਗੇ ਦੇ ਵਿੱਚ ਪਿੰਡ ਆਉਂਦਾ ਤੇ ਬੜੇ 100 ਏਕੜ ਦੇ ਵਿੱਚ ਇੱਥੇ ਕਿੱਲੀ ਚਾਲਾਂ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਭਾਰੀ ਰੈਲੀ ਰੱਖੀ ਹੈ। ਕਹਿੰਦੇ ਆ ਕਿ 4 ਲੱਖ ਤੋਂ ਵੀ ਵੱਧ ਬੰਦਾ ਅਸੀਂ ਇੱਥੇ ਬੁਲਾਵਾਂਗੇ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਰਪ੍ਰਸਤ ਨੇ, ਇਸ ਟਾਈਮ ਪੈਟਰਨ ਨੇ, ਉਹ ਵੀ ਉੱਥੇ ਸੰਬੋਧਨ ਕਰਨਗੇ। ਔਰ 8 ਦਸੰਬਰ ਨੂੰ ਖੈਰ ਉਹਨਾਂ ਦਾ ਜਨਮ ਹੁੰਦਾ, ਇਹ 14 ਦਸੰਬਰ ਨੂੰ ਹੋਣੀ ਆ। ਜਿਹੜੇ ਜਥੇਦਾਰ ਤੋਤਾ ਸਿੰਘ ਆ ਉਹ ਇਸ ਦਾ ਸਾਰਾ ਪ੍ਰਬੰਧ ਕਰ ਰਹੇ ਆ। ਤੇ ਇੱਥੇ ਮਾਇਆਵਤੀ ਵੀ ਆਏਗੀ ਤੇ ਇੱਥੇ ਪ੍ਰਕਾਸ਼ ਸਿੰਘ ਬਾਦਲ ਵੀ ਆਉਣਗੇ। ਇਸ ਚੀਜ਼ ਨੂੰ ਇਸ ਤਰ੍ਹਾਂ ਜਦੋਂ ਵੀ ਆਮ ਤੌਰ ਤੇ ਜਦੋਂ ਵੀ ਹਮੇਸ਼ਾ ਇੱਥੇ ਚੌਟਾਲਾ ਵੀ ਆਉਣਗੇ, ਚੰਦਰ ਬਾਬੂ ਨਾਇਡੂ ਵੀ ਆਉਣਗੇ, ਹੋਰ ਵੀ ਕਈਆਂ ਨੂੰ ਸੱਦਾ ਦਿੱਤਾ ਜਾਊਗਾ। ਔਰ ਕਿੱਲੀ ਚਾਲਾ ਨਾਲ ਅਕਾਲੀ ਦਲ ਕਿਸਮਤ ਦਾ ਕਨੈਕਸ਼ਨ ਵੀ ਜੋੜਦਾ ਹੈ। ਬੜੇ ਸਾਲਾਂ ਤੋਂ ਇਲੈਕਸ਼ਨ ਦੇ ਨੇੜੇ ਆ ਕੇ ਜਦੋਂ ਭੀੜ ਹੁੰਦੀ ਹੈ ਕਿੱਲੀ ਚਾਲਾ ਦੇ ਵਿੱਚ ਹੀ ਪ੍ਰੋਗਰਾਮ ਹੁੰਦੇ ਆ। ਮੋਗੇ ਦੇ ਆਸ-ਪਾਸ ਕੀਤੇ ਜਾਂਦੇ ਪ੍ਰੋਗਰਾਮ, ਇਹਨਾਂ ਦਾ ਮੰਨਣਾ ਹੈ ਕਿ ਇਹਨਾਂ ਨੂੰ ਸੱਤਾ ਦਿਵਾਉਂਦੇ ਆ। ਹੁਣ ਇਹਦੇ ਵਿੱਚ ਕੋਈ ਵੱਡੇ ਸਿਆਸੀ ਪੰਡਤਾਂ ਨੇ ਦੱਸਿਆ ਹੁੰਦਾ ਜਾਂ ਦੂਜੇ ਪੰਡਤਾਂ ਨੇ ਦੱਸਿਆ ਹੁੰਦਾ ਜਾਂ ਕੋਈ ਹੁਕਮਨਾਮਾ ਲਿਆ ਜਾਂਦਾ ਇਸ ਤਰ੍ਹਾਂ ਦਾ ਵੀ ਕਿੱਥੇ ਕੀਤਾ ਜਾਵੇ, ਇਹ ਉਹਨਾਂ ਦੀਆਂ ਰਵਾਇਤਾਂ ਹੋਣਗੀਆਂ। ਪਰ ਅਕਾਲੀ ਦਲ ਦੇ ਵੱਡੇ ਲੋਕਾਂ ਦਾ ਮੰਨਣਾ ਕਿ ਜਦੋਂ ਕਿੱਲੀ ਚਾਲਾਂ ਦੇ ਵਿੱਚ ਇਕੱਠ ਜੁੜਦਾ ਹੈ, ਉੱਤੇ ਹੈਲੀਕਾਪਟਰ ਘੁਮਾ ਕੇ ਤੇ ਫੋਟੋਆਂ ਲਈਆਂ ਜਾਂਦੀਆਂ ਨੇ ਤੇ ਉਦੋਂ ਫਿਰ ਅਕਾਲੀ ਸੱਤਾ 'ਚ ਆ ਜਾਂਦੇ ਨੇ। ਇਹ ਮਿੱਥ ਵੀ ਆ ਤੇ ਮਿੱਥ ਕਿਸੇ ਵੇਲੇ ਪੂਰੀ ਵੀ ਹੋ ਜਾਂਦੀ ਹੈ। ਪਰ ਐਤਕੀ ਸੰਕਟ ਡਾਢਿਆ, ਤੁਸੀਂ ਗੱਲ ਕਰ ਰਹੇ ਹੋ, ਅੱਗੇ ਤੋਰੀ ਰੱਖੋ। ਬਿਲਕੁਲ, ਤੁਸੀਂ ਗੱਲ ਬਿਲਕੁਲ ਸਪਸ਼ਟ ਤੇ ਬੜੀ ਕੰਪਲੀਟ ਕਰਤੀ ਆ। ਕਿਉਂਕਿ ਵਾਕਿਆ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੱਗਦਾ ਕਿ ਉਹਨਾਂ ਜਿਹੜੇ ਰਾਜਨੀਤੀ ਦਾ ਦੁਬਾਰਾ ਉਭਾਰ ਹੁੰਦਾ, ਜਦੋਂ ਦੁਬਾਰਾ ਇੱਕ ਤਰ੍ਹਾਂ ਦਾ ਉਹਨੂੰ ਲੱਗਦਾ ਕਿ ਸੱਤਾ ਚ ਆਉਣ ਵਾਲੇ, ਤਾਂ ਕਿੱਲੀ ਚਾਲਾਂ ਤੋਂ ਕਈ ਵਾਰੀ ਹੋਇਆ ਵੱਡੀਆਂ ਵੱਡੀਆਂ ਰੈਲੀਆਂ ਕਰਕੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਹੁਣ ਵੀ 100 ਏਕੜ ਦੇ ਵਿੱਚ ਉਹ ਕਹਿੰਦੇ 40 ਏਕੜ ਦੇ ਵਿੱਚ ਤਾਂ ਪੰਡਾਲ ਲੱਗੂਗਾ, ਬਾਕੀ ਜਿਹੜੇ ਹੋਣਗੇ 60 ਏਕੜ ਉਹਨਾਂ ਦੇ ਵਿੱਚ ਪਾਰਕਿੰਗ ਦਾ ਪ੍ਰਬੰਧ ਹੋਏਗਾ। ਸੋ ਕਹਿਣ ਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਕੱਠ ਅਸੀਂ ਹੋਰ ਵੀ ਵੱਡੇ ਦੇਖ ਸਕਦੇ ਹਾਂ। ਔਰ ਤੁਹਾਡੀ ਗੱਲ ਇਹ ਬਿਲਕੁਲ ਦਰੁਸਤ ਆ ਕਿ ਜਾਣਾ ਹੁਣ ਕਿਹੜੇ ਪਾਸੇ ਆ, ਪੋਲੀਟੀਕਲ ਪਾਰਟੀ। ਔਰ ਦੇਖੋ ਇਹਦੇ ਵਿੱਚ ਕਿਸਾਨੀ ਨੂੰ ਨਾ ਭੁੱਲੋ, ਜਦੋਂ ਕਿਸਾਨਾਂ ਨੇ ਵਾਪਸ ਆਉਣਾ, ਕਿਸਾਨਾਂ ਨੇ ਕਿਸ ਨੂੰ ਸਪੋਰਟ ਕਰਨਾ, ਕਿਸ ਨੂੰ ਨਹੀਂ ਸਪੋਰਟ ਕਰਨਾ ਜਾਂ ਕਿਸ ਨੂੰ ਸਮਰਥਨ ਦੇਣਾ, ਉਹ ਵੀ ਆਪਣੇ ਆਪ ਤੇ ਚ ਰਹੇਗਾ। ਤੇ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਮਾਸ਼ਰੇ ਨੇ, ਹੋਰ ਵੀ ਬਹੁਤ ਸਾਰੇ ਭਾਈਚਾਰੇ ਨੇ, ਆਪਾਂ ਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸੋ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਬਹੁਤ ਤਿੱਖੀ ਹੋਣ ਵਾਲੀ ਹੈ। ਲੇਕਿਨ ਕਿਤੇ ਨਾ ਕਿਤੇ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ, ਪੰਜਾਬ ਦੀ ਕਾਨੂੰਨ ਵਿਵਸਥਾ, ਉਸ ਨੂੰ ਠੀਕ ਰੱਖਣ ਦੇ ਵਿੱਚ ਵੀ ਇੱਥੋਂ ਦੇ ਪ੍ਰਸ਼ਾਸਨ ਨੂੰ ਬਹੁਤ ਅਹਿਮ ਭੂਮਿਕਾ ਨਿਭਾਉਣੀ ਪਊਗੀ। ਜੀ, ਤੁਹਾਨੂੰ ਯਾਦ ਹੈ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਕੇ ਔਰ ਕੇਜਰੀਵਾਲ ਨੇ ਇਕੱਠੀ ਇਸ ਤਰ੍ਹਾਂ ਦੀ ਰੈਲੀ ਰੱਖੀ ਸੀ ਔਰ ਉਦੋਂ ਵੀ ਲੱਖਾਂ ਦਾ ਇਕੱਠ ਦਰਸਾਇਆ ਗਿਆ ਸੀ ਸਾਰੇ ਬੰਨੇ। ਉਦੋਂ ਕਹਿੰਦੇ ਸੀ ਲੋਕ ਆਪ ਮੁਹਾਰੇ ਕੇਜਰੀਵਾਲ ਦੀ ਰੈਲੀ ਦੇ ਵਿੱਚ ਵੱਧ ਆ ਗਏ। ਆਮ ਆਦਮੀ ਪਾਰਟੀ ਦੀ ਰੈਲੀ 'ਚ ਉਦੋਂ ਸ਼ਾਇਦ ਮੇਰੇ ਖਿਆਲ 17 ਤੋਂ ਪਹਿਲਾਂ ਦੀ ਗੱਲ ਆ ਜਾਂ ਕਿ ਉਸ ਤੋਂ ਪਹਿਲਾਂ ਦੀ ਗੱਲ ਆ, ਤੁਹਾਨੂੰ ਯਾਦ ਹੋਊ, ਮੈਨੂੰ ਯਾਦ ਨਹੀਂ। ਇਹ ਸੱਚਮੁੱਚ ਵਰਤਾਰੇ ਜਿਹੜੇ ਆ, ਹੁਣ ਜੇ 14 ਦਸੰਬਰ ਨੂੰ ਇਹ ਰੱਖ ਰਹੇ ਆ ਤੇ ਕਾਂਗਰਸ ਵਾਲੇ ਕਦੋਂ ਰੱਖਣਗੇ? ਮਾਲਵੇ ਦੇ ਧੁਰ ਅੰਦਰ ਕਿਤੇ ਬਾਦਲ ਪਿੰਡ 'ਚ ਰੱਖਣਗੇ ਜਾਂ ਕਿਧਰੇ ਹੋਰ ਰੱਖਣਗੇ? ਇਹ ਬੜਾ ਦਿਲਚਸਪ ਹੋਊਗਾ ਦੇਖਣਾ ਕਿ ਆਉਂਦੇ ਦਿਨਾਂ 'ਚ ਕਿਵੇਂ ਲੋਕ ਢੋਏ ਜਾਣਗੇ, ਕਿਵੇਂ ਸਰਮਾਇਆ ਲਾਉਣਗੀਆਂ ਇਹ ਪਾਰਟੀਆਂ। ਤੇ ਮੈਂ ਆਖਰੀ ਸਵਾਲ ਜਿਹੜਾ ਮੇਰੇ ਕੋਲ ਪਿਆ, ਕੇਜਰੀਵਾਲ ਕਹਿੰਦੇ ਨੇ ਕਿ ਔਰਤ ਪੱਖੀ ਫੈਸਲਾ ਕਰਨ ਤੋਂ ਅਕਾਲੀ ਤੇ ਕਾਂਗਰਸੀ ਔਖੇ। ਇੱਕ ਵੱਡੀ ਅਖਬਾਰ ਦੀ ਖਬਰ ਆ, ਮੈਂ ਕੇਜਰੀਵਾਲ ਨੂੰ ਸੁਣਿਆ ਤਾਂ ਨਹੀਂ, ਪਰ ਉਹਨਾਂ ਨੇ ਜੋ ਖਬਰ ਦਿੱਤੀ ਆ, ਇਹਨਾਂ ਦੀ ਭਰੋਸੇਯੋਗਤਾ ਹੁੰਦੀ ਹੈ, ਦਿੱਤੀ ਹੋਊਗੀ। ਪਰ ਉਸੇ ਵੇਲੇ ਹੀ ਮੈਨੂੰ ਬਲਬੀਰ ਕੌਰ ਰਾਣਾ ਸੋਢੀ ਪ੍ਰਦੇਸ਼ ਦੇ ਨਵੇਂ ਮਹਿਲਾ ਕਾਂਗਰਸ ਪ੍ਰਧਾਨ, ਉਹਨਾਂ ਦੀ ਤਾਜਪੋਸ਼ੀ ਦਾ ਸਮਾਗਮ ਦਿਸਦਾ ਪਿਆ ਤੇ ਉਹਦੇ ਵਿੱਚ ਆਪਣੇ ਸਾਰੇ ਵੱਡੇ ਆਗੂ ਪੰਜਾਬ ਦੇ ਨਦਾਰਦ ਨੇ, ਸਿੱਧੂ, ਚੰਨੀ। ਇਹਨੂੰ ਕੇਜਰੀਵਾਲ ਦੀ ਮਾਨਸਿਕਤਾ ਜਾਂ ਜੋ ਕਹਿ ਰਹੇ ਉਹਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਗੱਲ ਤਾਂ ਠੀਕ ਹੀ ਲੱਗਦੀ ਪਈ। ਤੇ ਦੂਜੇ ਬੰਨੇ ਜੇ ਅੱਜ ਖੁਦਾ ਨਾ ਖਾਸਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੀ ਬਦਲ ਦਿੱਤੇ ਜਾਂਦੇ ਆ, ਮੰਨ ਲਓ, ਤਾਂ ਫਿਰ ਇਹਨਾਂ ਤੇ ਅਕਾਲੀਆਂ ਤੇ ਵੀ ਕੇਜਰੀਵਾਲ ਇਹੀ ਦੋਸ਼ ਲਾਊਗਾ ਵੀ ਇਹ ਤਾਂ ਔਰਤਾਂ ਦੇ ਸਾਰੇ ਹੀ ਖਿਲਾਫ ਨੇ। ਕੀ ਕਹਿੰਦੇ ਹੋ? ਦੋਸ਼ ਤਾਂ ਲੱਗਦੇ ਰਹਿਣਗੇ, ਕੌਣ ਸੁਣਦਾ ਇੱਥੇ? ਦੇਖੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਦੋਸ਼ ਆਪਣੀ ਜਗ੍ਹਾ, ਲੇਕਿਨ ਇਹਨਾਂ ਨੂੰ ਆਪਣੀ ਪਾਰਟੀ ਵੱਲ ਵੀ ਨਹੀਂ ਭੁੱਲਣਾ ਚਾਹੀਦਾ। ਸਨ 2014 ਦੇ ਵਿੱਚ ਇਹਨਾਂ ਦੇ ਆਪਣੇ ਇੱਕ ਫਾਊਂਡਰ ਮੈਂਬਰ ਸੀ ਮਧੂ ਹੁਣਾਂ ਨੇ ਇਹਨਾਂ ਤੇ ਇਲਜ਼ਾਮ ਲਾਇਆ ਸੀ ਕਿ ਇਸ ਪਾਰਟੀ ਦੇ ਵਿੱਚ ਔਰਤਾਂ ਦੀ ਜਿਹੜੀ ਆ ਉਹ ਰਿਸਪੈਕਟ ਨਹੀਂ ਹੁੰਦੀ, ਉਹਨਾਂ ਦੀ ਇੱਜ਼ਤ ਨਹੀਂ ਹੁੰਦੀ। ਉਸ ਤੋਂ ਬਾਅਦ ਮੀਰਾ ਸਾਨਿਆਲ ਇੱਕ ਬੈਂਕਰ ਸੀ, 30 ਸਾਲ ਬੈਂਕਰ ਰਹਿ ਕੇ ਇਹਨਾਂ ਵਿੱਚ ਆਉਂਦੇ ਆ ਤੇ ਉਹ ਵੀ ਪਾਰਟੀ ਤੋਂ ਬਾਹਰ ਹੋ ਜਾਂਦੇ ਆ। ਅੱਜ ਉਹ ਦੁਨੀਆ ਵਿੱਚ ਨਹੀਂ ਆ।
ਉਸ ਤੋਂ ਬਾਅਦ ਚਾਹੇ ਮੇਧਾ ਪਾਟਕਰ ਵਰਗੇ ਇੰਨੇ ਜਿਨ੍ਹਾਂ ਦਾ ਅੰਦੋਲਨ ਦੇ ਵਿੱਚ ਸਾਰੀ ਉਮਰ ਲੰਘ ਗਈ, ਉਹ ਵੀ ਇਹਨਾਂ ਦੇ ਨਾਲ ਜੁੜੇ ਵੱਖਰੇ ਹੋ ਕੇ। ਸ਼ਾਜ਼ੀਆ ਇਲਮੀ ਅੱਗੇ ਬਹੁਤ ਤਮਾਮ ਤਰ੍ਹਾਂ ਦੇ ਜਿਹੜੀ ਔਰਤਾਂ ਇਹਨਾਂ ਦੇ ਨਾਲ ਜੁੜੀਆਂ, ਲੇਕਿਨ ਉਹ ਇੱਥੇ ਅਰਵਿੰਦ ਕੇਜਰੀਵਾਲ ਹੋਣਾ ਦੀ ਜਿਹੜੀ ਤਾਨਾਸ਼ਾਹੀ ਵਰਗੀ ਨੀਤੀ ਸੀ ਉਹਦੇ ਨਾਲ ਖੁਸ਼ ਹੋ ਕੇ ਉਹ ਨਾ ਖੁਸ਼ ਹੋ ਕੇ ਉਹ ਪਾਰਟੀ ਤੋਂ ਬਾਹਰ ਹੋਈਆਂ। ਠੀਕ ਹੈ, ਇਹ ਆਪਣੀ ਜਗ੍ਹਾ। ਲੇਕਿਨ ਦੂਸਰੇ ਪਾਸੇ ਜਦੋਂ ਤੋਂ ਉਹਨਾਂ ਨੇ 1000 ਰੁਪਏ ਦਾ ਐਲਾਨ ਕੀਤਾ, ਇਹ ਵੀ ਉਹਨਾਂ ਤੇ ਗੱਲਾਂ ਹੋ ਰਹੀਆਂ ਨੇ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ ਇਹ ਕਿਉਂ ਨਹੀਂ ਦੇ ਰਹੇ। ਨਾਲ ਦੀ ਨਾਲ ਹੀ ਹੁਣ ਆਪਾਂ ਨੂੰ ਇਹ ਵੀ ਪਤਾ, ਜਿਸ ਤਰ੍ਹਾਂ ਤੁਸੀਂ ਬਲਬੀਰ ਕੌਰ ਰਾਣਾ ਸੋਢੀ ਦੀ ਗੱਲ ਕੀਤੀ, ਕਾਂਗਰਸ ਤੇ ਵੀ ਇਹ ਗੱਲ ਆਉਂਦੀ ਹੈ। ਇੱਕ ਪਾਸੇ ਤਾਂ ਪ੍ਰਿੰਕਾ ਗਾਂਧੀ 40% ਰਾਖਵੇਂ ਕਰਨ ਦੀ ਗੱਲ ਕਰਦੇ ਆ ਯੂਪੀ ਦੀਆਂ ਚੋਣਾਂ ਵਿੱਚ, ਕਿ ਅਸੀਂ 40% ਔਰਤਾਂ ਨੂੰ ਟਿਕਟਾਂ ਦੇਵਾਂਗੇ। ਤੇ ਇੱਥੇ ਜਦੋਂ ਇੱਕ ਔਰਤ ਆਉਂਦੀ ਆ, ਆਪਣਾ ਅਹੁਦਾ ਸੰਭਾਲਦੀ ਆ, ਤੁਸੀਂ ਯਾਦ ਕਰੋ ਨਵਜੋਤ ਸਿੰਘ ਸਿੱਧੂ, ਇਹ ਜਿਹੜਾ ਵਿਤਕਰਾ ਆਪਸ ਦੇ ਵਿੱਚ ਉਹ ਸਾਨੂੰ ਬੜਾ ਭਲੀ ਭਾਂਤੀ ਦੇਖਣ ਨੂੰ ਮਿਲਦਾ। ਕਦੇ ਆਪਾਂ ਗੱਲ ਕਰਾਂਗੇ ਜਿਹੜਾ ਪੰਜਾਬ ਦੇ ਵਿੱਚ ਅਨੁਪਾਤ ਆ ਮੇਲ ਫੀਮੇਲ ਰੇਸ਼ੋ ਦਾ, ਉਹ ਐਵੇਂ ਨਹੀਂ ਆ, ਉਸ ਤੇ ਵੀ ਕਦੇ ਗੱਲ ਹੋਏਗੀ ਫੀਮੇਲ ਫੀਟੀਸਾਈਡ ਤੇ। ਲੇਕਿਨ ਮੈਂ ਗੱਲ ਕਰਦਾ ਬਲਬੀਰ ਕੌਰ ਰਾਣਾ ਸੋਢੀ ਦੀ, ਜਦੋਂ ਉਹਨਾਂ ਦੀ ਤਾਜਪੋਸ਼ੀ ਕਹਿ ਲਓ ਜਾਂ ਉਹਨਾਂ ਦੀ ਸਥਾਪਨਾ ਹੁੰਦੀ ਹੈ, ਉਦੋਂ ਇਹ ਸਾਰੇ ਲੀਡਰ ਕਿੱਥੇ ਸੀ? ਉਦੋਂ ਨਵਜੋਤ ਸਿੰਘ ਸਿੱਧੂ ਹੁਣੀ ਕਿੱਥੇ ਸੀ? ਉਦੋਂ ਚਰਨਜੀਤ ਸਿੰਘ ਚੰਨੀ ਜਿਹੜੇ ਕਹਿੰਦੇ ਆ ਕਿ ਅਸੀਂ ਔਰਤਾਂ ਲਈ ਬਹੁਤ ਕੁਝ ਕਰਨ ਜਾ ਰਹੇ, ਉਹ ਕਿੱਥੇ ਸੀ? ਇਹਨਾਂ ਨੂੰ ਉੱਥੇ ਰਹਿਣਾ ਬਣਦਾ ਸੀ। ਸੋ ਕਹਿਣ ਦਾ ਮਤਲਬ, ਇਹਨਾਂ ਲੋਕਾਂ ਨੂੰ ਕਹਿਣੀ ਤੇ ਕਥਨੀ ਦੇ ਵਿੱਚ ਉਦੋਂ ਫਰਕ ਜ਼ਰੂਰ ਨਜ਼ਰ ਆਉਂਦਾ, ਔਰ ਔਰਤ ਤੇ ਮਰਦ ਦੇ ਵਿੱਚ ਵੀ ਇਹਨਾਂ ਨੂੰ ਫਰਕ ਲੱਗਦਾ। ਆਪਣੇ ਅਹੁਦੇਦਾਰਾਂ ਨੂੰ ਜੇ ਤੁਸੀਂ ਅੱਗੇ ਲਿਆਓਗੇ, ਔਰਤਾਂ ਦੀ ਗੱਲ ਕਰੋਗੇ, ਤੇ ਤੁਹਾਡੀ ਪਾਰਟੀ ਦੀ ਸਾਖ ਵਧੂਗੀ। ਲੇਕਿਨ ਇਹ ਗੱਲ ਜ਼ਰੂਰ ਆ, ਉਹਦੇ ਵਿੱਚ ਤੁਸੀਂ ਇੱਕ ਗੱਲ ਹੋਰ ਬੜੀ ਵਧੀਆ ਕਹੀ ਆ ਕਿ ਜ਼ਿਆਦਾਤਰ ਜਿਹੜੇ ਉਹਦੇ ਵਿੱਚ ਨਾਂ ਉੱਥੇ ਉੱਭਰੇ ਨੇ ਜਾਂ ਲਏ ਗਏ ਨੇ, ਆਮ ਤੌਰ ਤੇ ਲੋਕੀ ਉਹਨਾਂ ਬਾਰੇ ਜਾਣਦੇ ਨਹੀਂ। ਸਾਰੀ ਦੀ ਸਾਰੀ ਸਿਆਸਤ ਜਿਹੜੀ ਆ ਉਹ ਜਾਂ ਜਿਹੜੇ ਮੱਥਾਂ ਤੇ ਬੰਦਿਆਂ ਤੇ ਜਿਹੜੀ ਆ ਉਹ ਲਾਈਮਲਾਈਟ ਜਿਹੜੀ ਉਹਨਾਂ ਤੇ ਕਾਬਜ਼ ਹੋ ਕੇ ਰਹਿ ਗਈ ਆ। ਸੋ ਇਸ ਗੱਲ ਦੀ ਬਿਲਕੁਲ ਚਿੰਤਾ ਕਰਨੀ ਚਾਹੀਦੀ ਹੈ। ਬਾਕੀ ਤੁਸੀਂ ਇਲਜ਼ਾਮ ਲਗਾਓ, ਚਾਹੇ ਸਕੂਲਾਂ ਦੀ ਸੂਚੀ ਦੀ ਗੱਲ ਕਰ ਲਓ, ਤੇ ਚਾਹੇ ਹੁਣ ਪ੍ਰਗਟ ਸਿੰਘ ਕਹਿੰਦੇ ਆ ਕਿ ਇਹਨਾਂ ਨੇ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਪਣੇ ਘਰ ਬਣਾਉਣ ਤੇ ਆਫਿਸ ਬਣਾਉਣ ਤੇ 14 ਕਰੋੜ ਰੁਪਏ ਖਰਚ ਕਰ ਦਿੱਤੇ। ਸਾਨੂੰ ਇਹਨਾਂ ਦੇ ਤੱਥਾਂ ਬਾਰੇ ਨਹੀਂ ਪਤਾ, ਲੇਕਿਨ ਇਹ ਇਲਜ਼ਾਮ ਲਾ ਰਹੇ ਆ। ਹੁਣ 250 ਸਕੂਲਾਂ ਦੀ ਸੂਚੀ ਪ੍ਰਗਟ ਸਿੰਘ ਲੈ ਕੇ ਆਉਂਦੇ ਆ, ਨਹੀਂ ਲੈ ਕੇ ਆਉਂਦੇ, ਸਾਨੂੰ ਨਹੀਂ ਪਤਾ ਕਿਹੜੀ ਸੂਚੀ ਲੈ ਕੇ ਆਉਣਗੇ। ਲੇਕਿਨ ਇਹ ਟਕਰਾਅ ਜਾਰੀ ਰਹੂਗਾ, ਇੱਕ ਦੂਸਰੇ ਤੇ ਤੋਹਮਤਾਂ, ਦੋਸ਼ ਇੱਕ ਦੂਸਰੇ ਤੇ ਹਰ ਤਰ੍ਹਾਂ ਦੀ ਇਹ ਜਿਹੜੇ ਆ ਐਲੀਗੇਸ਼ਨਸ ਉਹ ਜਾਰੀ ਰਹਿਣਗੀਆਂ। ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ। ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਉੱਤੇ ਸਾਰਾ ਤਾਮਝਾਮ ਔਰ ਇੰਨੀ ਵੱਡੀ ਸਿਆਸਤ ਤੇ ਸਮਾਨਾਂਤਰ 50% ਆਬਾਦੀ ਦੀ ਪ੍ਰਧਾਨ ਦੇ ਉੱਤੇ ਚੁੱਪ ਖਾਮੋਸ਼ੀ, ਇਹ ਸਵਾਲ ਤਾਂ ਉੱਠਣਗੇ ਤੇ ਸਵਾਲ ਦੇ ਘੇਰੇ 'ਚ ਲੀਡਰ ਹੀ ਰਹਿਣਗੇ ਜਿਹੜੇ ਲੀਡ ਕਰ ਰਹੇ ਆ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।